श्री कृष्ण गोविंद हरे मुरारे, हे नाथ नारायण वासुदेवा। श्री कृष्ण गोविंद हरे मुरारे, हे नाथ नारायण वासुदेवा। हरे कृष्ण 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 हरे कृष्ण। हरि जी आए, नारायण 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 नारायण। हर जी आए। हाँ, छड़ सिंघासन कौन आए? हर जी आए। हाँ, अपने भगतां दी पैज रखण वास्ते अपना सिंघासन छड्ड के हरेक युग दे विच हर जी आए। सरगुण साकार रूप धारण करके अपने भगतां दी रक्षा करन वास्ते हरेक युग दे विच हर जी आए। हरि जी आए। भगवान श्री हरि विष्णु जी आए। भगवान श्री कृष्ण जी आए। हर जी आए। हर जी आए। हरेक युग दे विच आए। भगतां दी सदा तू रखदा हार जियो, धुर तू रखदा आया। प्रहलाद जन तुद राख ले हार जियो, हरनाकश मार पचाया। जुग जुग भगतां की रखदा आया। हर जुग जुग भगत उपाया, पैज रखदा आया। राम राजे। हरेक युग दे विच हरि जी अपने भगतां दी पैज रखदे। हरेक युग दे विच अपने भगतां वास्ते सरगुण साकार रूप धारण करके हरेक युग दे विच हरि विष्णु जी आए हन। श्री हरि जी आए। भगत जना की हर जियो राखै, जुग जुग रखदा आया राम। हरेक युग दे विच हरि जी आए। हरेक युग दे विच आए। हर जी आए। सो अज आपां एक बहुत ही अनमोल विचार करांगे ते ये विचार संपूर्ण पंथ दे चरनां दे विच है ते श्री अकाल तख्त साहिब जी नूं समर्पित है। ऐ श्री अकाल तख्त साहिब जीओ, ऐ तख्त दे मुखिया जीओ, कृपा कर आप जी गहराई नाल विचार करें। और कलयुग दे अंत काल तक, कलयुग दे अंत काल तक जितने भी अगे भविख दे विच श्री अकाल तख्त जी ते विराजमान मुखिया जी होणगे, ये उन्हां सारे मुखिया जियां दे वास्ते ये विचार उन्हां दे सारियां दे चरनां दे विच है। हर जी आए।
ਹਰੇਕ ਯੁੱਗ ਦੇ ਵਿੱਚ ਹਰ ਜੀ ਆਏ। ਪਰ ਹੇ ਬਾਬਾ ਜੀ, ਇਹ ਮੁਖੀਆ ਜੀ, ਆਪਣੇ ਪੰਥ ਦੇ ਅਨੇਕ ਕਥਾਵਾਚਕ ਵਿਦਵਾਨ ਕਹਿ ਰਹੇ ਹਨ ਕਿ ਕਦੇ ਵੀ ਨਹੀਂ ਆਏ। ਬਾਣੀ ਕਹਿੰਦੀ ਹੈ ਹਰੇਕ ਯੁੱਗ ਦੇ ਵਿੱਚ ਹਰੀ ਆਇਆ, ਉਹ ਕਹਿੰਦੇ ਕਦੇ ਵੀ ਨਹੀਂ ਆਇਆ। ਹਾਂ, ਕਦੇ ਵੀ ਨਹੀਂ ਆਇਆ, ਉਹ ਕਹਿੰਦੇ ਨੇ ਕਦੇ ਵੀ ਨਹੀਂ ਆਇਆ। ਬਾਣੀ ਕਹਿੰਦੀ ਹੈ ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਾਂ, ਭਗਤ ਜਨਾ ਕੀ ਹਰ ਜੀਓ ਰਾਖੈ, ਜੁਗ ਜੁਗ ਰੱਖਦਾ ਆਇਆ RAM। ਹਾਂ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਸੋ ਹਰੀ ਨੇ ਆਪਣੇ ਅਨੇਕ ਅਸੰਖ ਭਗਤਾਂ ਦਾ ਪਾਰ ਉਤਾਰਾ ਕੀਤਾ ਹੈ ਤੇ ਆਪਣੇ ਭਗਤਾਂ ਦੀ ਪੈਜ ਰੱਖਣ ਵਾਸਤੇ ਸ਼੍ਰੀ ਹਰੀ ਜੀ ਹਰੇਕ ਯੁੱਗ ਦੇ ਵਿੱਚ ਸ਼੍ਰੀ ਹਰੀ ਵਿਸ਼ਨੂੰ ਜੀ ਆਏ ਹਨ। ਹਰ ਜੀ ਆਏ, ਹਰੇਕ ਯੁੱਗ ਦੇ ਵਿੱਚ ਹਰ ਜੀ ਆਏ ਹਨ। ਹਾਂ, ਹਰੇਕ ਯੁੱਗ ਦੇ ਵਿੱਚ ਆਏ। ਸੋ ਆਓ ਅੱਜ ਆਪਾਂ ਇੱਕ ਬਹੁਤ ਹੀ ਅਨਮੋਲ ਵਿਚਾਰ ਕਰਾਂਗੇ ਔਰ ਦਾਸ ਦਾ ਇਹ ਜਿਹੜਾ ਵਿਚਾਰ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਜੀਆਂ ਨੂੰ ਸਮਰਪਿਤ ਹੈ। ਦੂਜਾ ਪੜਾਵ, ਫਿਰ ਦੂਜੇ ਪੜਾਵ ਦੇ ਵਿੱਚ ਆਪਾਂ ਵਿਚਾਰ ਕਰਾਂਗੇ। ਆਪਣਾ ਵਿਚਾਰ ਬ੍ਰਹਮਾ ਤੇ ਸ਼ਿਵ ਜੀ ਦਾ ਵਿਚਾਰ ਆਪਣਾ ਨਹੀਂ ਹੈਗਾ। ਆਪਾਂ ਉਹਨਾਂ ਨੂੰ ਪਹਿਲੇ ਪੜਾਵ ਦੇ ਵਿੱਚ ਹੀ ਆਪਾਂ ਉਹਨਾਂ ਨੂੰ ਇੱਥੇ ਛੱਡਾਂਗੇ। ਉਹਨਾਂ ਦਾ ਤਿਆਗ ਇੱਥੇ ਪਹਿਲੇ ਪੜਾਵ ਦੇ ਵਿੱਚ ਹੀ ਉਹਨਾਂ ਦਾ ਤਿਆਗ ਕਰਕੇ ਆਪਾਂ ਦੂਜੇ ਪੜਾਵ ਦੇ ਵਿੱਚ ਕੇਵਲ ਤੇ ਕੇਵਲ ਏਕ ਸ਼੍ਰੀ ਹਰੀ ਵਿਸ਼ਨੂੰ ਜੀਆਂ ਦਾ ਵਿਚਾਰ ਕਰਾਂਗੇ ਦੂਜੇ ਪੜਾਵ ਦੇ ਵਿੱਚ। ਔਰ ਦੂਜੇ ਪੜਾਵ ਦੇ ਵਿੱਚ ਆਪਾਂ ਵਿਚਾਰਾਂਗੇ ਕਿ ਵਰਤਮਾਨ ਕਾਲ ਦੇ ਵਿੱਚ ਪੰਥ ਦੇ ਵਿੱਚ ਉਹਨਾਂ ਦੀ ਕੀ ਮਨੋਤ ਹੈ। ਇਹ ਦੂਜੇ ਪੜਾਵ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਕਿ ਵਰਤਮਾਨ ਕਾਲ ਦੇ ਵਿੱਚ ਪੰਥ ਦੇ ਕਥਾਵਾਚਕ ਵਿਦਵਾਨ ਸ਼੍ਰੀ ਹਰੀ ਵਿਸ਼ਨੂੰ ਜੀਆਂ ਨੂੰ ਕੀ ਮੰਨਦੇ ਹਨ, ਭਾਵ ਕਿ ਪੰਥ ਦੇ ਵਿੱਚ ਉਹਨਾਂ ਦੀ ਕੀ ਵਿਆਖਿਆ ਹੈ, ਉਹਨਾਂ ਦੀ ਕੀ ਮਨੋਤ ਹੈ। ਇਹ ਆਪਾਂ ਦੂਜੇ ਪੜਾਵ ਦੇ ਵਿੱਚ ਵਿਚਾਰ ਕਰਾਂਗੇ ਤੇ ਫਿਰ ਆਪਾਂ ਤੀਜੇ ਪੜਾਵ ਦੇ ਵਿੱਚ ਵਿਚਾਰ ਕਰਾਂਗੇ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀਆਂ ਦੇ ਕੀਤੇ ਹੋਏ ਕੰਮ, ਉਹਨਾਂ ਦੇ ਦੁਆਰਾ ਤਾਰੇ ਹੋਏ ਭਗਤਾਂ ਦੀ ਕਥਾ ਕਹਾਣੀਆਂ, ਉਹਨਾਂ ਦੇ ਅਵਤਾਰਾਂ ਦੇ ਵਿੱਚ ਉਹਨਾਂ ਦਾ ਸਰਗੁਣ ਸਾਕਾਰ ਰੂਪ। ਆਪਾਂ ਤੀਜੇ ਪੜਾਵ ਦੇ ਵਿੱਚ ਉਹਨਾਂ ਦਾ ਰੂਪ ਵਿਚਾਰਾਂਗੇ, ਸਰਗੁਣ ਰੂਪ ਜਿਹੜਾ ਉਹਨਾਂ ਨੇ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਧਾਰਨ ਕੀਤਾ ਹੈ। ਹਾਂ, ਇਹ ਤੀਜੇ ਪੜਾਵ ਦੇ ਵਿੱਚ ਆਪਾਂ ਵਿਚਾਰ ਕਰਾਂਗੇ। ਸੋ ਇਸ ਤਰ੍ਹਾਂ ਇਹ ਤਿੰਨ ਪੜਾਵਾਂ ਦੇ ਵਿੱਚ ਆਪਾਂ ਵਿਚਾਰ ਅੱਜ ਦਾ ਜਿਹੜਾ ਵਿਚਾਰ ਹੈ ਇਹ ਰੱਖਾਂਗੇ। ਆਓ ਸਭ ਤੋਂ ਪਹਿਲਾ ਪੜਾਵ ਜਿਹੜਾ ਹੈ ਆਪਾਂ ਉਸ ਤੇ ਵਿਚਾਰ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਕੁਝ ਸ਼ਬਦ ਹਨ। ਉਹਨਾਂ ਸ਼ਬਦਾਂ ਦੀ ਵਿਆਖਿਆ ਦੇ ਵਿੱਚ ਉਚਾਰਨ ਹੈ ਕਿ ਬ੍ਰਹਮਾ ਤੇ ਵਿਸ਼ਨੂੰ ਤੇ ਸ਼ਿਵ ਜੀ, ਇਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਕੋਈ ਔਰ ਹੈ। ਠੀਕ ਹੈ, ਆਪਾਂ ਇਹਨਾਂ ਸ਼ਬਦਾਂ ਦੇ ਵਿੱਚ ਉਹਦੀ ਵਿਚਾਰ ਕਰਾਂਗੇ। ਸੋ ਆਓ ਆਪਾਂ ਪਹਿਲਾਂ ਗੁਰਬਾਣੀ ਦੇ ਤਕਰੀਬਨ ਉਹ ਸਾਰੇ ਸ਼ਬਦ ਵਿਚਾਰਾਂਗੇ। ਅੰਗ 735 ਬ੍ਰਹਮਾ ਵਿਸ਼ਨੂੰ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹੋਮੈ ਕਾਰ ਕਮਾਈ। ਅੰਗ 754 ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ, ਸਭ ਉਪਤ ਜਿਤ ਸੰਸਾਰਾ।
अंग 839। तृतीया ब्रह्मा विष्णु महेशा देवी देव उपाय वेसा। अंग 852। ब्रह्मा विष्णु महादेव त्रैगुण भुले होमै मोह वधाया। अंग 872। ब्रह्मा विष्णु महेश्वर बेदे। अंग 908। ब्रह्मा विष्णु महेश एक मूरत आपे करता कारी। अंग 909। ब्रह्मा विष्णु महेश त्रै मूरत त्रै गुण भरम भुलाई। अंग 948। ब्रह्मा विष्णु महेश उपायन हुक्म कमावन कारा। अंग 1013। ब्रह्मा विष्णु महेश श्रेष्ठ नाम रते विचारी। अंग 1022। ब्रह्मा विष्णु महेश दुआरै ओ भी सेवै अलख अपारै। अंग 1035। ब्रह्मा विष्णु महेश न कोई अवर न दिसै एको सोई। अंग 1036। ब्रह्मा विष्णु महेश उपाय माया मोह वधाए दा। अंग 1037। सुनो ब्रह्मा विष्णु महेश उपाय। ब्रह्मा विष्णु महेश विचारी त्रैगुण बदक मुक्त निरारी। अंग 1051। जिन ब्रह्मा विष्णु महेश उपाय सिर सिर धंदै आपे लाए। अंग 1052। ब्रह्मा विष्णु देव सबाया। अंग 1053। ब्रह्मा विष्णु रुद्र तिसकी सेवा अंत न पावै अलख अबेवा। अंग 1094। ब्रह्मा विष्णु महेश त्रै गुण विस्तारिया। अंग 1130। एकस की सिरकार एक जिन ब्रह्मा विष्णु रुद्र उपाया। अंग 1153। रोगी ब्रह्मा विष्णु शरुद्रा रोगी सगल संसारा। अंग 1257। वेद पढ़ै पढ़वाद वखाणै ब्रह्मा विष्णु महेशा। अंग 1279। ब्रह्मा विष्णु महेश देव सबा उपाया। ब्रह्मे दिते वेद पूजा लाया 10 अवतारी राजा राम आया। अंग 1322। विशन महेश सिद्ध मुनि इंद्रा कैधर्म शरण परो। अंग 1403। ब्रह्मा विष्णु सिरे तै अगनत तिनको मोह प्या मन मद का। अंग 394। ब्रह्मा विष्णु महादेव मोहया गुरमुख नाम लगे से सोहया। जिन ब्रह्मा विष्णु महादेव छलिया पवन पानी अगन तिन किया। ब्रह्मा विष्णु महेश आकार। ब्रह्मा विष्णु महेश त्रैगुण सिर धंदै लाया। अंग 518। शंकर विष्ण अवतार हर जस मुख भना। जी गुरु ग्रंथ साहिब जी की पावन पवित्र बाणी दे विचों लगभग वो सारे शब्द आपां ने उचारण कीते जिन्हां शब्दां दे विच ब्रह्मा विष्णु महेश ये तिन्ने नाम इकट्ठे उचारण होए हन। और इस तो अलावा कुछ और शब्द हन जिस तरह एका माई जुगत व्याई तिन चेले परवान एक संसारी एक भंडारी एक लाए दीवान। पांडे तुमरा रामचंद सो भी आवत देखया था
रोवै राम निकाला भया। जुगै जुगै के राजे कीए गावें कर अवतारी। उस रब दे वास्ते पंथ दे विच जिहड़े ਉਹਦੇ ਵਾਸਤੇ ਜਿਹੜੇ ਜ਼ਿਆਦਾਤਰ ਪ੍ਰਮੁੱਖ ਨਾਮ ਜਿਹੜੇ ਉਚਾਰਨ ਕੀਤੇ ਜਾਂਦੇ ਹਨ, ਉਹਨਾਂ ਵਾਸਤੇ ਉਹਨਾਂ ਦੇ ਦੋ ਨਾਮ ਉਹਨਾਂ ਵਾਸਤੇ ਉਚਾਰਨ ਕੀਤੇ ਜਾਂਦੇ ਹਨ। ਉਹ ਜਿਹੜਾ ਪ੍ਰਮਾਤਮਾ ਹੋਰ ਹੈ, ਉਹਨਾਂ ਵਾਸਤੇ ਦੋ ਨਾਮ ਉਚਾਰਨ ਕੀਤੇ ਜਾਂਦੇ ਹਨ ਕਿ ਉਹ ਪ੍ਰਮਾਤਮਾ ਹੈ ਸ਼੍ਰੀ ਅਕਾਲ ਪੁਰਖ ਵਾਹਿਗੁਰੂ। ਔਰ ਆਮ ਕਥਾ ਦੇ ਵਿੱਚ ਵੀ पंथ के कथावाचक विद्वान इसे तरह ही जो है रब की व्याख्या करते हैं कि शिव जी नूं ते ब्रह्मा नूं ते भगवान विष्णु जी नूं पैदा करन वाला रब जिहड़ा है वो अकाल पुरख वाहिगुरू जी है। ये आम व्याख्या दे विच कथा दे विच आम उचारण किया जाता है। उन्हां दे विच स्पष्ट भाव दे नाल उचारण नहीं है, स्पष्ट लिखित रूप दे विच उचारण नहीं है, पर फिर भी अपने पंथ दे विच जो रब दी व्याख्या जो की जाती है वो इस तरह ही की जाती है। ठीक है, ये पहला पड़ाव आपां ने विचारिया है। नारायण 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 नारायण। सो आपां ने बाबा जी ऐ श्री अकाल तख्त साहिब जी दे मुखिया जी, बाबा जी आपां ने पहला पक्ष पहला पड़ाव विचारिया है। तो पहले पड़ाव दे विच आपां ने विचार किया है कि ब्रह्मा विष्णु ते शिव जी नूं पैदा करन वाला परमात्मा जिहड़ा है उसनूं आपां मनदे हां कि वो अकाल पुरख वाहिगुरू जी है। ठीक है, हुण आपां दूजे पड़ाव दे विच चलांगे और दूजे पड़ाव दे विच आपां विचार करांगे केवल एक दा। ब्रह्मा ते शिव जी नूं आपां पहले पड़ाव दे विच उन्हां नूं इत्थे ही विराजमान करांगे ते दूजे पड़ाव दे विच आपां विचार करांगे सिर्फ एक भगवान श्री हरि विष्णु जियां दी विचार करांगे दूजे पड़ाव दे विच कि पंथ दे विच वर्तमान काल दे विच उन्हां दी की मनोत है। भाव पंथ दे कथावाचक विद्वान श्री हरि विष्णु जियां नूं की मनदे हन, ये विचार करांगे आपां दूजे पड़ाव दे विच। ठीक है, आओ हुण आपां दूजा पड़ाव विचार करांगे दूजे पड़ाव दी। और दूजे पड़ाव दी विचार दे विच बाबा जी श्री हरि विष्णु जियां नूं पंथ दे कथावाचक विद्वान पता है आप जी नूं की मनदे हन कि आप जी जानदे हो कि पंथ दे विच वर्तमान काल दे विच पंथ दे कथावाचक विद्वान श्री हरि विष्णु जियां दी की मनोत रखदे हन, उन्हां नूं की मनदे हन कि आप जी नूं ਇਹ आप जी दे ज्ञान दे विच है कि आप जी दे ਇਹ ध्यान दे विच है कि आप जी नूं पता है कि उन्हां दी की मनोत है पंथ दे विच। सो श्री हरि विष्णु जियां नूं पंथ दे कथावाचक विद्वान भगवान श्री कृष्ण जी नूं हर जी नूं ਜਿਹੜੇ हरि जी हरेक युग दे विच अपने भगतां दी पैज रखण वास्ते सरगुण साकार रूप धारण करके आए, ਜਿਹੜੇ श्री हरि विष्णु जियां ने अपने भगतां दी पैज रखण वास्ते अनेक अलग अलग अनेक प्रकार दे अवतार धारण कीते ते उन्हां ने हरेक युग दे विच आके अपने भगतां दी पैज रखी, अपने भगतां दा पार उतारा कीता। सतयुग दे विच भी आए भगवान श्री हरि विष्णु जी, त्रेता युग दे विच भी आए भगवान श्री हरि विष्णु जी, द्वापर युग दे विच भी आए भगवान श्री हरि विष्णु जी और कलयुग दे विच भी आए भगवान श्री हरि विष्णु जी। सो हरेक युग दे विच जेड़े हरि विष्णु जी ने आके
ਆਪਣੇ ਭਗਤਾਂ ਵਾਸਤੇ ਸਰਗੁਣ ਸਾਕਾਰ ਰੂਪ ਧਾਰਨ ਕੀਤਾ। ਤੋਂ ਦੂਜੇ ਪੜਾਵ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਕਿ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ ਉਹਨਾਂ ਨੂੰ ਕੀ ਮੰਨਦੇ ਹਨ, ਉਹਨਾਂ ਦੇ ਪ੍ਰਤੀ ਕੀ ਮਨੋਤ, ਆਪਣੀ ਕੀ ਵਿਆਖਿਆ ਉਹਨਾਂ ਦੇ ਪ੍ਰਤੀ ਕੀ ਮਨੋਤ ਰੱਖਦੇ ਹਨ। ਸੋ ਬਾਬਾ ਜੀ ਆਪਣੇ ਪੰਥ ਦੇ ਅਨੇਕ ਕਥਾਵਾਚਕ ਵਿਦਵਾਨ ਸ਼੍ਰੀ ਹਰੀ ਵਿਸ਼ਨੂੰ ਜੀਆਂ ਨੂੰ ਵਰਤਮਾਨ ਕਾਲ ਦੇ ਵਿੱਚ ਉਹਨਾਂ ਨੂੰ ਗੁੰਡਾ ਕਹਿੰਦੇ ਹਨ। ਉਹਨਾਂ ਦੀ ਮਨੋਤ ਗੁੰਡਾ ਕਰਕੇ ਮੰਨਦੇ ਹਨ ਕਿ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਗੁੰਡਾ ਹੈ, ਬਦਮਾਸ਼ ਹੈ, ਲੁੱਚਾ ਹੈ, ਲੰਗਾੜਾ ਹੈ, ਚਵਲ ਹੈ, ਮਸਟੰਡਾ ਹੈ, ਘਟੀਆ ਇਨਸਾਨ ਹੈ, ਸ਼ੈਤਾਨ ਹੈ, ਔਰ ਉਹਨਾਂ ਦੀ ਬਾਂਸਰੀ ਪਕੜ ਕੇ ਮੁੱਕਾ ਮਾਰ ਕੇ ਉਹਨਾਂ ਦਾ ਮੂੰਹ ਤੋੜ ਦੇਣਾ ਚਾਹੀਦਾ ਹੈ। ਐਸੀ ਵਿਆਖਿਆ, ਐਸੀ ਮਨੋਤ ਵਰਤਮਾਨ ਕਾਲ ਦੇ ਕਥਾਵਾਚਕ ਵਿਦਵਾਨ, ਪੰਥ ਦੇ ਕਥਾਵਾਚਕ ਵਿਦਵਾਨ ਕਥਾ ਦੇ ਵਿੱਚ ਉਹਨਾਂ ਦੇ ਪ੍ਰਤੀ ਐਸੀ ਮਨੋਤ ਰੱਖਦੇ ਹਨ। ਹਾਂ, ਆਪਣੇ ਪੰਥ ਦੇ ਕਥਾਵਾਚਕ ਸ਼੍ਰੀ ਹਰੀ ਵਿਸ਼ਨੂੰ ਜੀਆਂ ਨੂੰ ਗੁੰਡਾ ਕਹਿੰਦੇ ਹਨ, ਗੁੰਡਾ ਕਹਿ ਕੇ ਸੰਬੋਧਨ ਕਰਦੇ ਹਨ। ਸ਼੍ਰੀ ਹਰੀ ਵਿਸ਼ਨੂੰ ਜੀਆਂ ਨੂੰ ਲੁੱਚਾ, ਬਦਮਾਸ਼, ਘਟੀਆ ਇਨਸਾਨ, ਸ਼ੈਤਾਨ ਕਹਿ ਕੇ ਸੰਬੋਧਨ ਉਚਾਰਨ ਕਰਦੇ ਹਨ। ਉਹਨਾਂ ਨੂੰ ਉਹਨਾਂ ਦਾ ਮੂੰਹ ਤੋੜਨ ਦੀ ਗੱਲ ਆਪਣੇ ਕਥਾਵਾਚਕ ਵਿਦਵਾਨ ਵਰਤਮਾਨ ਕਾਲ ਦੇ ਵਿੱਚ ਕਥਾ ਦੇ ਵਿੱਚ ਉਚਾਰਨ ਕਰਦੇ ਹਨ। ਇਹ ਉਹਨਾਂ ਦੀ ਮਨੋਤ ਹੈ, ਭਾਵ ਕਿ ਸ਼੍ਰੀ ਹਰੀ ਵਿਸ਼ਨੂੰ ਜੀ ਇੱਕ ਗੁੰਡਾ ਹੈ, ਬਦਮਾਸ਼ ਹੈ, ਘਟੀਆ ਇਨਸਾਨ ਹੈ, ਸ਼ੈਤਾਨ ਹੈ। ਔਰ ਉਹਨਾਂ ਦੀ ਜਦੋਂ ਉਹ ਦੁਆਪਰ ਯੁੱਗ ਦੇ ਵਿੱਚ ਸਰਗੁਣ ਰੂਪ ਧਾਰਨ ਕਰਕੇ ਆਏ ਸੀ ਤਾਂ ਉਸ ਵਕਤ ਉਹਨਾਂ ਦੇ ਸਰਗੁਣ ਰੂਪ ਦੇ ਵਿੱਚ ਉਹਨਾਂ ਦੀ ਬਾਂਸਰੀ ਨੂੰ ਪਕੜ ਕੇ, ਬਾਂਸਰੀ ਖੋਹ ਕੇ, ਮੁੱਕਾ ਮਾਰ ਕੇ ਉਹਨਾਂ ਦਾ ਮੂੰਹ ਤੋੜ ਦੇਣਾ ਚਾਹੀਦਾ ਹੈ। ਐਸਾ ਆਪਣੇ ਐਸਾ ਉਹਨਾਂ ਦੇ ਪ੍ਰਤੀ ਐਸੀ ਮਨੋਤ ਉਚਾਰਨ ਕਰ ਰਹੇ ਹਨ ਬਾਬਾ ਜੀ। ਹਰ ਜੀ ਦਾ ਮੂੰਹ ਤੋੜਨ ਦੀ ਗੱਲਾਂ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ ਕਰਦੇ ਹਨ। ਹਰ ਜੀ ਨੂੰ ਗੁੰਡਾ ਕਹਿ ਰਹੇ ਹਨ, ਹਰ ਜੀ ਨੂੰ ਬਦਮਾਸ਼ ਕਹਿ ਰਹੇ ਹਨ। ਜਿਹੜਾ ਹਰ ਜੀ ਹਰੇਕ ਯੁੱਗ ਦੇ ਵਿੱਚ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਹੈ। ਸਤਯੁਗ ਦੇ ਵਿੱਚ ਵੀ ਆਇਆ, ਤ੍ਰੇਤਾ ਯੁੱਗ ਵਿੱਚ ਵੀ ਆਇਆ, ਦੁਆਪਰ ਯੁੱਗ ਵਿੱਚ ਵੀ ਆਇਆ, ਕਲਯੁੱਗ ਦੇ ਵਿੱਚ ਵੀ ਆਇਆ। ਚਾਰੇ ਯੁਗਾਂ ਦੇ ਵਿੱਚ ਜਿਹੜਾ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ, ਹਰ ਜੀ ਆਪਣੇ ਭਗਤਾਂ ਵਾਸਤੇ ਸਰਗੁਣ ਸਾਕਾਰ ਰੂਪ ਧਾਰਨ ਕਰਕੇ ਆਏ ਹਨ। ਉਹਨਾਂ ਹਰ ਜੀਆਂ ਨੂੰ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ ਗੁੰਡਾ, ਬਦਮਾਸ਼, ਘਟੀਆ ਇਨਸਾਨ ਕਹਿ ਰਹੇ ਹਨ। ਅਨੇਕੋ ਪ੍ਰਕਾਰ ਦੇ ਲਾਂਛਨ ਉਹਨਾਂ ਦੇ ਉੱਤੇ ਲਗਾਉਂਦੇ ਹਨ, ਉਹਨਾਂ ਦੇ ਸਰਗੁਣ ਰੂਪ ਦੀ ਨਿੰਦਿਆ ਕਰਦੇ ਹਨ। ਨਿਰਗੁਣ ਦੀ ਉਸਤਤ ਔਰ ਸਰਗੁਣ ਦੀ ਨਿੰਦਿਆ ਚੱਲ ਰਹੀ ਹੈ ਬਾਬਾ ਜੀ। ਇਹ ਮੁਖੀਆ ਜੀ, ਪੰਥ ਦੇ ਵਿੱਚ ਨਿਰਗੁਣ ਦੀ ਉਸਤਤ ਮਹਿਮਾ, ਪਰ ਸਰਗੁਣ ਦੀ ਨਿੰਦਿਆ, ਸਰਗੁਣ ਦਾ ਖੰਡਨ ਚੱਲ ਰਿਹਾ ਹੈ। ਸੋ ਇਸੇ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਇੱਕ ਦ੍ਰਿਸ਼ਟੀ ਪੰਥ ਦੇ ਚਾਰੋਂ ਔਰ ਕਥਾਵਾਚਕ ਵਿਦਵਾਨਾਂ ਦੀ ਕਥਾਵਾਂ ਤੇ ਮਾਰੋ ਤੇ ਦੇਖੋ ਕਿ ਉਹਨਾਂ ਦਾ ਖੰਡਨ ਕਿੰਨੇ ਵੱਡੇ ਉਸ ਪੱਧਰ ਤੇ ਇਹਨਾਂ ਦਾ ਖੰਡਨ ਚੱਲ ਰਿਹਾ ਹੈ। ਸਰਗੁਣ ਰੂਪ ਦਾ ਖੰਡਨ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ ਕਰ ਰਹੇ ਹਨ। ਜਿਹੜਾ ਹਰੀ ਹਰੇਕ ਯੁੱਗ ਦੇ ਵਿੱਚ ਆਇਆ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ। ਹਾਂ, ਯੁੱਗ ਯੁੱਗ ਭਗਤਾਂ ਕੀ ਰੱਖਦਾ ਆਇਆ,
ਭਗਤ ਜਨਾ ਕੀ ਹਾਰ ਜੀਓ ਰਾਖੈ, ਜੁਗ ਜੁਗ ਰਖਦਾ ਆਇਆ ਰਾਮ। ਹਾਂ, ਭਗਤਾਂ ਦੀ ਸਦਾ ਤੂੰ ਰੱਖਦਾ ਹਾਰ ਜੀਓ, ਧੁਰ ਤੋਂ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਾਰ ਜੀਓ, ਹਰਨਾਕਸ਼ ਮਾਰ ਪਚਾਇਆ। ਜਿਸ ਹਰੀ ਨੇ ਆਪਣੇ ਭਗਤ ਪ੍ਰਹਿਲਾਦ ਦੀ ਪੈਜ ਰੱਖੀ, ਆਪਣੇ ਭਗਤ ਪ੍ਰਹਿਲਾਦ ਵਾਸਤੇ ਨਰਸਿੰਘ ਦਾ ਸਰਗੁਣ ਸਾਕਾਰ ਰੂਪ, ਨਰਸਿੰਘ ਦਾ ਅਵਤਾਰ ਰੂਪ ਧਾਰਨ ਕੀਤਾ। ਭਗਤ ਪ੍ਰਹਿਲਾਦ ਵਾਸਤੇ ਉਸ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀਆਂ ਦਾ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ ਖੰਡਨ ਕਰ ਰਹੇ ਹਨ, ਹਰ ਜੀ ਦਾ ਖੰਡਨ ਕਰ ਰਹੇ ਹਨ। ਫਿਰ ਅੱਗੇ ਤ੍ਰੇਤਾ ਯੁੱਗ ਦੇ ਵਿੱਚ ਆ ਕੇ ਉਹਨਾਂ ਨੇ ਅਹਿਲਿਆ ਦਾ ਉਧਾਰ ਕੀਤਾ। ਫਿਰ ਅੱਗੇ ਦੁਆਪਰ ਯੁੱਗ ਦੇ ਵਿੱਚ ਆ ਕੇ ਉਹਨਾਂ ਨੇ ਅਨੇਕ ਅਸੰਖ ਭਗਤਾਂ ਦਾ ਪਾਰ ਉਤਾਰਾ ਕੀਤਾ, ਭਗਤਾਂ ਦਾ ਉਧਾਰ ਕੀਤਾ। ਦ੍ਰੋਪਦੀ ਦੀ ਲਾਜ ਬਚਾਈ, ਕੁਬਜਾ ਦਾ ਉਧਾਰ ਕੀਤਾ, ਪੂਤਨਾ ਦਾ ਉਧਾਰ ਕੀਤਾ, ਸੁਦਾਮਾ ਦਾ ਉਧਾਰ ਕੀਤਾ, ਬਦਿਕ ਦਾ ਉਧਾਰ ਕੀਤਾ, ਵਿਦੁਰ ਦਾ ਉਧਾਰ ਕੀਤਾ, ਉਗਰਸੇਨ ਦਾ ਉਧਾਰ ਹੋਇਆ। ਸੋ ਉਸ ਤੋਂ ਅੱਗੇ ਕਲਯੁਗ ਦੇ ਵਿੱਚ ਫੇਰ ਆ ਕੇ ਆਪਣੇ ਭਗਤਾਂ ਨੂੰ ਦਰਸ਼ਨ ਦੇ ਰਹੇ ਹਨ। ਚਾਰੇ ਯੁੱਗਾਂ ਦੇ ਵਿੱਚ ਜਿਹੜਾ ਹਰੀ ਵਿਸ਼ਨੂੰ ਜੀ ਆਇਆ ਆਪਣੇ ਭਗਤਾਂ ਦੀ ਪੈਜ ਰੱਖਣ ਵਾਸਤੇ, ਉਸ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀਆਂ ਨੂੰ, ਉਸ ਹਰ ਜੀਓ ਨੂੰ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ ਗੁੰਡਾ, ਬਦਮਾਸ਼, ਘਟੀਆ ਇਨਸਾਨ, ਸ਼ੈਤਾਨ ਔਰ ਉਹਨਾਂ ਦਾ ਮੁੱਕਾ ਮਾਰ ਕੇ ਮੂੰਹ ਤੋੜਨ ਦੀ ਗੱਲ ਕਰ ਰਹੇ ਹਨ ਬਾਬਾ ਜੀ। ਇਹ ਮਨੋਤ ਉਹਨਾਂ ਦੀ ਅੱਜ ਦੇ ਟਾਈਮ ਦੇ ਵਿੱਚ, ਵਰਤਮਾਨ ਕਾਲ ਦੇ ਵਿੱਚ ਪੰਥ ਦੇ ਵਿੱਚ ਹਰ ਜੀ ਦੀ ਇਹ ਮਨੋਤ ਹੈ। ਨਿਰਗੁਣ ਦੀ ਉਸਤਤ ਹੈ, ਨਿਰਗੁਣ ਦੀ ਮਹਿਮਾ ਹੈ, ਪਰ ਸਰਗੁਣ ਦਾ ਖੰਡਨ ਹੈ, ਸਰਗੁਣ ਦੀ ਨਿੰਦਿਆ ਹੈ ਬਾਬਾ ਜੀ, ਸਰਗੁਣ ਦੀ ਨਿੰਦਿਆ ਹੈ। ਜਿਤਨੀ ਨਿਰਗੁਣ ਦੀ ਉਸਤਤ ਹੈ ਉਸ ਤੋਂ ਜ਼ਿਆਦਾ ਉਹਨਾਂ ਦੇ ਸਰਗੁਣ ਰੂਪ ਦੀ ਨਿੰਦਿਆ ਹੈ, ਸਰਗੁਣ ਰੂਪ ਦਾ ਖੰਡਨ ਹੈ। ਜਿਤਨੇ ਭਗਤਾਂ ਦੀ ਪੈਜ ਉਹਨਾਂ ਨੇ ਸਰਗੁਣ ਸਾਕਾਰ ਰੂਪ ਧਾਰਨ ਕਰਕੇ ਆਪਣੇ ਭਗਤਾਂ ਦੀ ਲਾਜ ਰੱਖੀ, ਉਹਨਾਂ ਸਾਰੀ ਕਥਾ ਕਹਾਣੀਆਂ ਦਾ, ਹਾਰਕੀਆਂ ਕਥਾ ਕਹਾਣੀਆਂ ਦਾ ਅੱਜ ਵਰਤਮਾਨ ਕਾਲ ਦੇ ਵਿੱਚ ਪੰਥ ਦੇ ਕਥਾਵਾਚਕ ਵਿਦਵਾਨ ਉਹਨਾਂ ਦਾ ਖੰਡਨ ਕਰ ਰਹੇ ਹਨ। ਹਾਰਕੀਆਂ ਕਥਾ ਕਹਾਣੀਆਂ ਨੂੰ ਮਿੱਥਿਆ ਦੱਸਦੇ ਹਨ, ਹਾਰਕੀਆਂ ਕਥਾ ਕਹਾਣੀਆਂ ਨੂੰ ਕਾਲਪਨਿਕ ਔਰ ਮਿਥਿਹਾਸ ਦੱਸ ਕੇ ਉਹਨਾਂ ਦਾ ਖੰਡਨ ਕਰ ਰਹੇ ਹਨ ਔਰ ਹਰ ਜੀਆਂ ਨੂੰ ਗੁੰਡਾ, ਬਦਮਾਸ਼ ਕਹਿ ਰਹੇ ਹਨ ਬਾਬਾ ਜੀ। ਜਿਹੜਾ ਹਰੀ ਹਰੇਕ ਯੁੱਗ ਦੇ ਵਿੱਚ ਆਇਆ, ਪੰਥ ਦੇ ਕਥਾਵਾਚਕ ਉਹਨਾਂ ਨੂੰ ਗੁੰਡਾ ਕਹਿੰਦੇ ਹਨ। ਸੋ ਇਹ ਦੂਜੇ ਪੜਾਵ ਦਾ ਵਿਚਾਰ ਹੈ ਕਿ ਉਹਨਾਂ ਦੀ ਪੰਥ ਦੇ ਵਿੱਚ ਕੇਵਲ ਤੇ ਕੇਵਲ ਗੁੰਡਾ ਕਹਿ ਕੇ ਉਹਨਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ। ਉਹਨਾਂ ਦੀ ਮਨੋਤ ਇੱਕ ਗੁੰਡਾ, ਬਦਮਾਸ਼, ਘਟੀਆ ਇਨਸਾਨ ਹੈ। ਨਾਰਾਇਣ 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 ਨਾਰਾਇਣ। ਸੋ ਇਹ ਵਿਚਾਰ ਆਪਾਂ ਨੇ ਦੂਜੇ ਪੜਾਵ ਦਾ ਵਿਚਾਰ ਕੀਤਾ ਹੈ। ਹੁਣ ਆਪਾਂ ਚੱਲਾਂਗੇ ਤੀਜੇ ਪੜਾਵ ਦੇ ਵਿੱਚ। ਹੁਣ ਆਪਾਂ ਸ਼੍ਰੀ ਹਰੀ ਵਿਸ਼ਨੂੰ ਜੀਆਂ ਦਾ ਤੀਜਾ ਪੜਾਵ ਵਿਚਾਰਾਂਗੇ ਵੀ ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਤੇ ਕਿਹੜੇ ਕਿਹੜੇ ਭਗਤਾਂ ਦਾ ਪਾਰ ਉਤਾਰਾ, ਕਿਸ ਤਰ੍ਹਾਂ ਸਾਰਾ ਕੀਤਾ, ਉਹ ਆਪਾਂ ਇਸ ਪੜਾਵ ਦੇ ਵਿੱਚ ਵੀ ਵਿਚਾਰ ਕਰਾਂਗੇ। ਔਰ ਨਾਲ ਹੀ ਆਪਾਂ ਇੱਕ ਭਗਤ ਦੀ ਸਾਖੀ ਆਪਾਂ ਇਸ ਪੜਾਵ ਦੇ ਵਿੱਚ ਵਿਚਾਰਾਂਗੇ ਤੇ ਉਸ ਸਾਖੀ ਦੇ ਵਿੱਚ ਆਪਾਂ ਉਹਨਾਂ ਦੀ ਹੋਂਦ, ਕਲਯੁਗ ਦੇ ਵਿੱਚ ਉਹਨਾਂ ਦੀ ਹੋਂਦ ਤੇ ਵਿਚਾਰ ਕਰਾਂਗੇ। ਸੋ ਆਓ ਬਾਬਾ ਜੀ ਹੁਣ ਆਪਾਂ ਤੀਜਾ ਪੜਾਵ ਵਿਚਾਰਾਂਗੇ। ਪਹਿਲੇ ਪੜਾਵ ਦੇ ਵਿੱਚ ਆਪਾਂ ਨੇ ਵਿਚਾਰ ਕੀਤਾ ਸੀ
कि श्री गुरु ग्रंथ ਸਾਹਿਬ जी ਦੀ पावन पवित्र बाणी ਦੇ ਉਹ ਸ਼ਬਦ ਜਿਨ੍ਹਾਂ ਸ਼ਬਦਾਂ ਦੇ ਵਿੱਚ ब्रह्मा विष्णु ते शिव जी ये तिन्ने नाम इकट्ठे उचारण होए हन और इन्हां दे जिथे भी ये तिन्ने नाम इकट्ठे उचारण होए हन उत्थे किते भी ये उचारण नहीं हैगा कि उन्हां नूं अकाल पुरख ने पैदा किया है। अकाल पुरख का उत्थे नाम किते भी उचारण नहीं है, ना वाहिगुरु उत्थे उचारण है, ना अकाल पुरख उत्थे उचारण है। केवल ते केवल इस तरह उचारण है भी उन्होंने किसी ने पैदा किया है। हुण वो किसने पैदा किया है उत्थे उहदा किसी का नाम उचारण नहीं है। ठीक है, फिर भी आपां अपने पंथ के कथावाचक विद्वानां ने ऐसा अपना एक सिद्धांत बनाया है धर्म के अनुकूल, धर्म की रब की व्याख्या के अनुकूल एक ऐसा सिद्धांतक पक्ष उन्होंने उच्चारण किया है कि वो जिहड़ा पैदा करन वाला है वो रब का नाम उन्होंने जो अक्सर जो आम जो उन्हों दे वास्ते वो दो नाम उन्हों दे लए जाते हैं। वो कहते हैं भी श्री अकाल पुरख वाहिगुरु जी ने ब्रह्मा विष्णु ते शिव जी नूं पैदा किया है। ठीक है, भाव श्री हरि विष्णु जी नूं पैदा करन वाला श्री अकाल पुरख वाहिगुरु जी है। हुण आपां तीजे पड़ाव दे विच ये दो शब्दां ते विचार करांगे, श्री अकाल पुरख वाहिगुरु जी और श्री हरि विष्णु जी। हर जी आए, हाँ, जिहड़े हर जी हरेक युग दे विच अपने भगतां दी पैज रखण वास्ते अनेक अलग अलग सरगुण साकार रूप धारण करके हरेक युग दे विच जिहड़े हर जी आए उस भगवान श्री हरि विष्णु जियां दा ते इत्थे इधर आपां नाल विचार करांगे कि श्री अकाल पुरख वाहिगुरु जियां दा। ये आपां इन्हां दा विचार करांगे इस तीजे पड़ाव दे विच। ठीक है, हाँ, नारायण 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 नारायण। हाँ, हुण आपां तीजे पड़ाव दे विच विचार करांगे श्री हरि विष्णु जियां दा ते श्री अकाल पुरख वाहिगुरु जियां दा। सो आओ आपां तीजा पड़ाव विचारांगे और तीजे पड़ाव दे विच आपां विचारांगे भगत नामदेव जियां दी साखी। अंग 1165 ते श्री भगत नामदेव जियां दी आप जीवन दे विच बीती हुई एक कथा है जो उन्होंने शब्द रूप दे विच श्री गुरु ग्रंथ साहिब जी की पावन पवित्र बाणी दे विच उचारण हुई है। आपां ओ कथा विचारांगे। सुल्तान पूछे सुनबे नामा, देखो राम तुम्हारे कामा। नामा सुल्ताने बादिला, देखो तेरा हार बीठला। हार बीठल। हाँ, तीजे पड़ाव दे विच आपां भगत नामदेव जियां दे हरि बीठल दी विचार करांगे। हाँ, हर बीठल, हर जी आए। हाँ, हरेक युग दे विच हर जी आए हन। सो उसे दरम्यान सतयुग विच भी आए, त्रेता युग दे विच भी आए, द्वापर युग दे विच भी आए ते अज कलयुग दे विच श्री हरि जी आणगे, अपने भगत नामदेव जी नूं दर्शन देणगे। हाँ, हुण आपां विचारांगे भगवान श्री हरि विष्णु जियां दा ये रूप जिहड़ा उन्होंने अपने भगत नामदेव की रक्षा वास्ते धारण किया सी। हाँ, देखो तेरा हार बीठला। सो आपां हार बीठल दी विचार करांगे, हार जियां दी विचार करांगे ये तीजे पड़ाव दे विच। और पढ़ो ये सारा शब्द उचारण करो बाबा जी, ये सारा शब्द उचारण करो। बिस्मिल गऊ देहो जिवाए, ना तुर गर्दन मारो उठाए। ये सारा शब्द विचार करो बाबा जी।
ਭਗਤ ਨਾਮਦੇਵ ਜੀ ਦਾ ਇਹ ਸਾਰਾ ਸ਼ਬਦ ਵਿਚਾਰ ਕਰੋ, ਇਹ ਸਾਰੇ ਸ਼ਬਦ ਨੂੰ ਪੜ੍ਹੋ, ਇਹ ਸਾਰੇ ਸ਼ਬਦ ਦਾ ਵਿਚਾਰ ਕਰੋ। ਇਸ ਮੇਰਾ ਕੀਆ ਕਛੂ ਨ ਹੋਏ, ਕਰੈ ਹੈ ਰਾਮ ਹੋਏ ਹੈ ਸੋਏ। ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਬਰੈ ਹਰ ਕੀ ਓਟ। ਗੰਗ ਜਮਨ ਜਿਉ ਉਲਟੀ ਬਹਿ, ਤਉ ਨਾਮਾ ਹਰ 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 ਜੀ ਆਏ। ਛੱਡ ਸਿੰਘਾਸਨ ਹਰ ਜੀ ਆਏ। ਬਿਪ ਸਦਾਮਾ ਦਾਲ ਦੀ, ਬਾਲ ਸਖਾਈ ਮਿੱਤਰ ਸਦਾਏ। ਲਾਗੂ ਹੋਈ ਬਾਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਦੂਰੋਂ ਦੇਖ ਡੰਡੋਤ ਕਰ, ਛੱਡ ਸਿੰਘਾਸਨ ਹਰ ਜੀ ਆਏ। ਨਾਮਾ ਉਬਰੈ ਹਰ ਕੀ ਓਟ। ਗੰਗ ਜਮਨ ਜਿਉ ਉਲਟੀ ਬਹਿ, ਤਉ ਨਾਮਾ ਹਰ ਹਰ ਕਰਤਾ ਰਹਿ। ਨਾਰਾਇਣ 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 ਨਾਰਾਇਣ। ਇਹ ਸਾਰਾ ਸ਼ਬਦ ਵਿਚਾਰ ਕਰੋ ਬਾਬਾ ਜੀ, ਐ ਮੁਖੀਆ ਜੀ, ਇਹ ਸਾਰਾ ਸ਼ਬਦ ਪੜ੍ਹੋ, ਸਾਰਾ ਸ਼ਬਦ ਵਿਚਾਰ ਕਰੋ। ਦੇਖੋ ਭਗਤ ਨਾਮਦੇਵ ਜੀ ਦੀ ਉਹ ਮਰੀ ਹੋਈ ਗਾਂ ਨੂੰ ਜਿਉਂਦਾ ਕਰਨ ਵਾਸਤੇ ਜਿਹੜਾ ਹਰੀ ਸਤਜੁਗ ਦੇ ਵਿੱਚ ਆਇਆ, ਜਿਹੜਾ ਹਰੀ ਤ੍ਰੇਤਾ 'ਚ ਆਇਆ, ਜਿਹੜਾ ਹਰੀ ਦੁਆਪਰ 'ਚ ਆਇਆ, ਉਹੀ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ ਆਪਣੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦੇ ਰਹੇ ਹਨ। ਜਿਸ ਹਰੀ ਵਿਸ਼ਨੂੰ ਜੀਆਂ ਨੂੰ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ, ਗੁੰਡਾ ਬਦਮਾਸ਼ ਘਟੀਆ ਇਨਸਾਨ ਸ਼ੈਤਾਨ, ਜਿਨ੍ਹਾਂ ਦਾ ਮੂੰਹ ਤੋੜਨ ਦੀ ਗੱਲ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ ਕਰਦੇ ਹਨ, ਉਹੀ ਸ਼੍ਰੀ ਹਰੀ ਵਿਸ਼ਨੂੰ ਜੀ, ਉਹੀ ਹਰ ਜੀ ਆਏ ਆਪਣੇ ਭਗਤ ਨਾਮਦੇਵ ਦੀ ਪੈਜ ਰੱਖਣ ਵਾਸਤੇ। ਸ਼੍ਰੀ ਹਰੀ ਵਿਸ਼ਨੂੰ ਜੀ ਆਏ। ਪਾਖੰਤਨ ਬਾਜ ਬਜਾਈਲਾ, ਗरुड़ चढ़े गोविंद आइला। अपने भगत पर की प्रतिपाल, गरुड़ चढ़े आए गोपाल। गोविंद जी आए, गोपाल जी आए, गरुड़ पे बैठ के श्री हरि विष्णु जी आए अपने भगत नामदेव जी नूं दर्शन देण वास्ते, भगत दी पैज रखण वास्ते श्री हरि विष्णु जी आए। जिन्हां नूं आपां एक गुंडा मनदे हां, ओही भगवान श्री हरि विष्णु जी आए। जिसनूं आपां एक लुच्चा लंगाड़ा घटिया इंसान शैतान, जिन्हां दा मूँह तोड़न दी आपां गल करदे हां, ओही भगवान श्री हरि विष्णु जी आए अपने भगत नामदेव जी नूं दर्शन दिते ते ओ मरी हुई गां नूं जिउंदा कीता। नामे नारायण नाही भेद, नारायण 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 नारायण। नामे नारायण नाही भेद। भगत नामदेव जी ते श्री नारायण दे विच कोई भी भेद, भगत भगवान दे विच कोई भेद नहीं रहा। सो हर जी आए अपने भगत दी पैज रखण वास्ते, श्री हरि जी आए, श्री हरि विष्णु जी आए, गरुड़ ते बैठ के आए। सो बाबा जी आप जी दे चरनां दे विच बेनती है, किरपा करके आप जी इस नूं गहराई नाल विचार करो। हर जी दा खंडन ना करो। हर कियां कथा कहानियां, हर कियां भगतां, हरि दे भगतां दा खंडन ना करो बाबा जी। ऐ मुखिया जी आप जी किरपा करके एक बार पंथ दे विच चारों ओर दृष्टि मारो। देखो अपने पंथ दे अनेक कथावाचक विद्वान
ਹਰ ਜੀ ਦਾ ਖੰਡਨ ਕਰ ਰਹੇ ਹਨ। ਹਰੀ ਕੀ ਕਥਾ ਕਹਾਣੀਆਂ ਦਾ ਖੰਡਨ ਕਰ ਰਹੇ ਹਨ। ਹਰੀ ਦੇ ਨਿਰਗੁਣ ਦੀ ਉਸਤਤ ਕਰਦੇ ਹਨ, ਪਰ ਸਰਗੁਣ ਦੀ ਨਿੰਦਾ ਤੇ ਸਰਗੁਣ ਦਾ ਖੰਡਨ ਕਰ ਰਹੇ ਹਨ। ਜਿਤਨਾ ਕਮਾਇਆ ਉਤਨਾ ਗਵਾਇਆ, ਕੋਈ ਵੀ ਫਲ ਨਹੀਂ ਪਾਇਆ। ਜਿਤਨਾ ਨਿਰਗੁਣ ਦੀ ਉਸਤਤ ਕਰਕੇ ਜਿੰਨਾ ਕਮਾਉਂਦੇ ਹਨ, ਜਿਤਨਾ ਫਲ ਪ੍ਰਾਪਤ ਕਰਦੇ ਹਨ, ਉਤਨਾ ਹੀ ਸਰਗੁਣ ਰੂਪ ਦੀ ਨਿੰਦਾ ਕਰਕੇ ਉਤਨਾ ਹੀ ਫਲ ਗਵਾ ਲੈਂਦੇ ਹਨ। ਨਿਰਗੁਣ ਦੀ ਉਸਤਤ, ਸਰਗੁਣ ਦਾ ਖੰਡਨ, ਸਰਗੁਣ ਦੀ ਨਿੰਦਿਆ, ਬੇਅੰਤ ਤਰ੍ਹਾਂ ਦੀ ਨਿੰਦਿਆ, ਬੇਅੰਤ ਤਰ੍ਹਾਂ ਦੀ ਨਿੰਦਿਆ, ਬੇਅੰਤ ਤਰ੍ਹਾਂ ਦੇ ਲਾਛਣ ਆਪਣੇ ਪੰਥ ਦੇ ਕਥਾਵਾਚਕ ਵਿਦਵਾਨ ਸ਼੍ਰੀ ਹਰੀ ਵਿਸ਼ਨੂੰ ਜੀਆਂ ਦੇ ਲਾਉਂਦੇ ਹਨ, ਭਗਵਾਨ ਸ਼੍ਰੀ ਕ੍ਰਿਸ਼ਨ ਜੀਆਂ ਤੇ ਲਾਉਂਦੇ ਹਨ, ਹਰ ਜੀ ਤੇ ਲਾਉਂਦੇ ਹਨ। ਸੋ ਬਾਬਾ ਜੀ ਆਪ ਜੀ ਗਹਿਰਾਈ ਨਾਲ ਵਿਚਾਰ ਕਰੋ। ਦੇਖੋ, ਹਰ ਜੀ ਤੋਂ ਬਿਨਾਂ ਚਾਰੇ ਯੁਗਾਂ ਦੇ ਵਿੱਚ ਹੋਰ ਕੋਈ ਵੀ ਨਹੀਂ ਆਇਆ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਬਾਬਾ ਜੀ ਇਹ ਮੁਖੀਆ ਜੀ ਕਿਰਪਾ ਕਰ ਗਹਿਰਾਈ ਨਾਲ ਵਿਚਾਰ ਕਰੋ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਆਪਣੇ ਆਪ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ। ਪਹਿਲੇ ਪੜਾਵ ਦੇ ਵਿੱਚ ਜਦੋਂ ਆਪਾਂ ਨੇ ਉਹ ਸ਼ਬਦ ਉਚਾਰਨ ਕਰਕੇ ਉਹਨਾਂ ਦੀ ਵਿਆਖਿਆ ਤੇ ਵਿਚਾਰ ਕੀਤਾ ਸੀ, ਜਿਨ੍ਹਾਂ ਦੀ ਵਿਆਖਿਆ ਦੇ ਵਿੱਚ ਐਸਾ ਆਪਾਂ ਨੇ ਆਪਣਾ ਸਿਧਾਂਤ ਬਣਾਇਆ ਹੈ ਕਿ ਭਗਵਾਨ ਵਿਸ਼ਨੂੰ ਜੀ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਅਗਰ ਭਗਵਾਨ ਵਿਸ਼ਨੂੰ ਜੀ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਹਨ, ਤਾਂ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਆਪਣੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦੇਣ ਵਾਸਤੇ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਉਂ ਨਹੀਂ ਆਏ? ਹਾਂ, ਨਾਰਾਇਣ 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 ਨਾਰਾਇਣ। ਹਾਂ, ਇਹ ਸਵਾਲ ਗੁਰਬਾਣੀ ਦੇ ਅਨੁਕੂਲ ਹੀ ਹੈ, ਧਰਮ ਦੇ ਅਨੁਕੂਲ ਹੈ, ਇਤਿਹਾਸ ਦੇ ਅਨੁਕੂਲ ਹੈ, ਗੁਰਮਤ ਅਨੁਕੂਲ ਹੈ। ਕਿਉਂਕਿ ਜਿਸ ਹਰੀ ਵਿਸ਼ਨੂੰ ਜੀਆਂ ਨੇ ਆ ਕੇ ਆਪਣੇ ਭਗਤ ਦੀ ਪੈਜ ਰੱਖ ਲਈ, ਆਪਣੇ ਭਗਤ ਦੇ ਵਾਸਤੇ ਸਰਗੁਣ ਰੂਪ ਧਾਰ ਕੇ ਆ ਗਏ, ਗਰੁੜ ਤੇ ਬੈਠ ਕੇ ਹਰੀ ਵਿਸ਼ਨੂੰ ਜੀ ਆ ਗਏ, ਭਗਤ ਨਾਮਦੇਵ ਜੀ ਨੂੰ ਆ ਕੇ ਦਰਸ਼ਨ ਦਿੱਤੇ ਤੇ ਉਹ ਮਰੀ ਹੋਈ ਗਾਂ ਨੂੰ ਜਿਉਂਦਾ ਕੀਤਾ। ਹੁਣ ਇਹਨਾਂ ਹਰੀ ਵਿਸ਼ਨੂੰ ਜੀ ਨੂੰ ਆਪਾਂ ਗੁੰਡਾ ਮੰਨਦੇ ਹਾਂ, ਹਰ ਜੀ ਨੂੰ ਆਪਾਂ ਗੁੰਡਾ ਮੰਨਦੇ ਹਾਂ, ਕਿਉਂਕਿ ਇਸ ਸਾਖੀ ਦੇ ਵਿੱਚ 4 ਵਾਰ ਹਰ ਸ਼ਬਦ ਉਚਾਰਨ ਹੋਇਆ ਹੈ। ਹਰ, ਹਾਂ, ਹਰ ਜੀ ਆਏ, ਹਾਂ, ਹਰ ਜੀ ਆਏ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। ਹਾਂ, ਭਗਤ ਜਨਾ ਕੀ ਹਰ ਜੀਓ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ। ਹਾਂ, ਜਿਹੜੇ ਹਰੀ ਵਿਸ਼ਨੂੰ ਜੀ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਨਰਸਿੰਘ ਦਾ ਰੂਪ ਧਾਰਿਆ, ਖੰਮ ਉਪਾੜ ਹਰ ਆਪ ਦਿਖਾਇਆ, ਆਪਣੇ ਭਗਤ ਪ੍ਰਹਿਲਾਦ ਵਾਸਤੇ ਉਹ ਖੰਭਾ ਪਾੜ ਕੇ ਆਪਣੇ ਆਪ ਨੂੰ ਆਪ ਪ੍ਰਗਟ ਕੀਤਾ। ਉਸ ਹਰੀ ਨੇ ਅੱਗੇ ਤ੍ਰੇਤਾ 'ਚ ਆ ਕੇ ਅਹਿਲਿਆ ਦਾ ਉਧਾਰ ਕੀਤਾ। ਉਸ ਹਰੀ ਵਿਸ਼ਨੂੰ ਜੀਆਂ ਨੇ ਅੱਗੇ ਦੁਆਪਰ 'ਚ ਆ ਕੇ ਦ੍ਰੋਪਦੀ ਦੀ ਲਾਜ ਬਚਾਈ। ਉਹੀ ਹਰੀ ਵਿਸ਼ਨੂੰ ਜੀ ਫਿਰ ਕਲਯੁਗ ਦੇ ਵਿੱਚ ਆ ਕੇ ਆਪਣੇ ਭਗਤ ਨਾਮਦੇਵ ਜੀਆਂ ਦੀ ਰੱਖਿਆ ਕਰ ਰਹੇ ਹਨ। ਹਾਂ, ਸੋ ਬਾਬਾ ਜੀ ਆਪ ਜੀ ਨੂੰ ਦਾਸ ਦਾ ਕਹਿਣ ਦਾ ਭਾਵ, ਆਪ ਜੀ ਨੂੰ ਇਹ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹਰ ਕੀਆਂ ਕਥਾ ਕਹਾਣੀਆਂ ਆਪ ਜੀ ਨੂੰ, ਇਹਨਾਂ ਤੇ ਆਪ ਜੀ ਨੂੰ ਕੁਝ ਸਮਝ ਦੇ ਵਿੱਚ ਆ ਰਹੀਆਂ ਹਨ ਕਿ ਨਹੀਂ? ਬਾਬਾ ਜੀ ਗਹਿਰਾਈ ਨਾਲ ਵਿਚਾਰ ਕਰੋ। ਕਹਿਣ ਦਾ ਭਾਵ ਆਪ ਜੀ ਸਮਝ ਰਹੇ ਹੋ ਕਿ ਨਹੀਂ ਸਮਝ ਰਹੇ?
ਜਿਹੜਾ ਹਰੀ ਆ ਗਿਆ ਉਸ ਨੂੰ ਆਪਾਂ ਗੁੰਡਾ ਮੰਨਦੇ ਹਾਂ, ਤੇ ਜਿਸ ਨੂੰ ਪ੍ਰਮਾਤਮਾ ਮੰਨਦੇ ਹਾਂ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਾਂ ਰੱਬ ਮੰਨਦੇ ਹਾਂ, ਉਹ ਨਹੀਂ ਆਇਆ। ਉਹਨੇ ਆਪਣੇ ਭਗਤ ਦੀ ਰੱਖਿਆ ਨਹੀਂ ਕੀਤੀ। ਨਾ ਕਲਯੁਗ ਦੇ ਵਿੱਚ ਆਇਆ, ਨਾ ਦੁਆਪਰ ਯੁੱਗ ਦੇ ਵਿੱਚ ਆਇਆ, ਨਾ ਤ੍ਰੇਤਾ ਯੁੱਗ ਦੇ ਵਿੱਚ ਆਇਆ, ਨਾ ਸਤਯੁਗ ਦੇ ਵਿੱਚ ਆਇਆ। ਹਰੀ ਆਇਆ। ਹਰੇਕ ਯੁੱਗ ਦੇ ਵਿੱਚ ਹਰ ਜੀ ਆਏ। ਹਰੇਕ ਯੁੱਗ ਦੇ ਵਿੱਚ ਹਰੀ ਵਿਸ਼ਨੂੰ ਜੀ ਆਏ। ਅਨੇਕ ਭਗਤਾਂ ਦੀ ਪੈਜ ਰੱਖਣ ਵਾਸਤੇ ਸ਼੍ਰੀ ਹਰੀ ਵਿਸ਼ਨੂੰ ਜੀਆਂ ਨੇ ਆਪਣੇ ਭਗਤਾਂ ਵਾਸਤੇ ਸਰਗੁਣ ਸਾਕਾਰ ਰੂਪ ਧਾਰਨ ਕੀਤੇ। ਹਾਂ, ਸਰਗੁਣ ਸਾਕਾਰ ਰੂਪ ਧਾਰਨ ਕਰਕੇ ਹਰੇਕ ਯੁੱਗ ਦੇ ਵਿੱਚ ਹਰੀ ਵਿਸ਼ਨੂੰ ਜੀ ਆਏ, ਹਰ ਜੀ ਆਏ। ਹਾਂ, ਸੋ ਕਿਰਪਾ ਕਰਕੇ ਐ ਮੁਖੀਆ ਜੀ, ਇਹ ਵਿਚਾਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ। ਕਿਰਪਾ ਕਰਕੇ ਆਪ ਜੀ ਆਪਣੇ ਪੰਥ ਦੇ ਉਹ ਜਿਹੜੇ ਨਿੰਦਕ ਹਨ, ਜਿਹੜੇ ਹਰੀ ਦੇ ਨਿੰਦਕ ਹਨ, ਕਿਰਪਾ ਕਰਕੇ ਉਹ ਸਾਰੇ ਕਥਾਵਾਚਕਾਂ ਨੂੰ ਇਕੱਤਰਿਤ ਕਰੋ ਤੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਪਾਸ ਬੁਲਾ ਕੇ ਉਹਨਾਂ ਤੋਂ ਇਸ ਦਾ ਵਿਚਾਰ ਲਵੋ। ਉਹਨਾਂ ਤੋਂ ਪੁੱਛੋ ਵੀ ਭਾਈ ਤੁਸੀਂ ਜਿਹੜੇ ਹਰ ਜੀ ਦੀ ਨਿੰਦਾ ਕਰਦੇ ਹੋ, ਜਿਹੜੇ ਹਰੀ ਵਿਸ਼ਨੂੰ ਜੀਆਂ ਦਾ ਆਪ ਖੰਡਨ ਕਰਦੇ ਹੋ, ਜਿਹੜੇ ਹਰੀ ਵਿਸ਼ਨੂੰ ਜੀ ਨੂੰ ਆਪ ਜੀ ਗੁੰਡਾ ਕਹਿ ਰਹੇ ਹੋ, ਉਸ ਹਰੀ ਵਿਸ਼ਨੂੰ ਜੀਆਂ ਨੇ ਆ ਕੇ ਆਪਣੇ ਭਗਤ ਨਾਮਦੇਵ ਨੂੰ ਦਰਸ਼ਨ ਦਿੱਤੇ ਤੇ ਜਿਸ ਨੂੰ ਤੁਸੀਂ ਰੱਬ ਮੰਨਦੇ ਹੋ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਤੁਸੀਂ ਕਹਿੰਦੇ ਹੋ ਪ੍ਰਮਾਤਮਾ ਉਹ ਹੈ, ਤਾਂ ਦੱਸੋ 4 ਯੁਗਾਂ ਦੇ ਵਿੱਚ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਹੜੇ ਭਗਤ ਨੂੰ ਕਿਸ ਤਰ੍ਹਾਂ ਦਰਸ਼ਨ ਦਿੱਤੇ, ਉਹਦਾ ਕੀ ਇਤਿਹਾਸ ਹੈ, ਉਹਦੀ ਕੀ ਕਥਾ ਕਹਾਣੀਆਂ ਹੈ, ਉਹਦੀ ਕੀ ਹੋਂਦ ਹੈ, ਸਰਗੁਣ ਰੂਪ ਦੀ ਉਹਨਾਂ ਦੀ ਕੀ ਹੋਂਦ ਹੈ। ਕੀ ਉਹਨਾਂ ਨੇ 4 ਯੁਗਾਂ ਦੇ ਵਿੱਚ ਕਦੇ ਵੀ ਕਿਸੇ ਵੀ ਭਗਤ ਵਾਸਤੇ ਕੋਈ ਵੀ ਰੂਪ ਧਾਰਨ ਨਹੀਂ ਕੀਤਾ? ਕੀ ਉਹਨਾਂ ਨੇ ਕੋਈ ਵੀ ਭਗਤ ਨੂੰ ਆ ਕੇ ਸਰਗੁਣ ਰੂਪ ਧਾਰ ਕੇ ਪ੍ਰਗਟ ਹੋ ਕੇ ਦਰਸ਼ਨ ਨਹੀਂ ਦਿੱਤੇ? ਕਿਸੇ ਵੀ ਭਗਤ ਦੀ ਪੈਜ ਨਹੀਂ ਰੱਖੀ? ਸੋ ਪੁੱਛੋ ਆਪ ਜੀ ਉਹਨਾਂ ਸ਼ਿਸ਼ੂਪਾਲਾਂ ਨੂੰ ਜਿਹੜੇ ਹਰੀ ਦੇ ਨਿੰਦਕ ਹਨ, ਜਿਹੜੇ ਹਰੀ ਵਿਸ਼ਨੂੰ ਜੀਆਂ ਦੀ ਨਿੰਦਾ ਕਰਦੇ ਹਨ। ਹਾਂ, ਨਾਰਾਇਣ 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 ਨਾਰਾਇਣ। ਬਾਬਾ ਜੀ ਦਾਸ ਜਾਣਦਾ ਹੈ ਇਹ ਜਿਹੜਾ ਸਵਾਲ ਹੈ ਇਹ ਆਪ ਜੀ ਦੇ ਲਈ ਧਰਮ ਸੰਕਟ ਪੈਦਾ ਕਰ ਸਕਦਾ ਹੈ। ਹਾਂ, ਆਪ ਜੀ ਦੇ ਲਈ ਇਹ ਧਰਮ ਸੰਕਟ ਪੈਦਾ ਹੋ ਸਕਦਾ ਹੈ। ਧਰਮ ਸੰਕਟ ਇਸ ਤਰ੍ਹਾਂ ਪੈਦਾ ਹੋ ਸਕਦਾ ਹੈ ਵੀ ਜਿਹੜੇ ਰੱਬ ਨੂੰ ਆਪਾਂ ਮੰਨਦੇ ਹਾਂ ਉਸ ਰੱਬ ਨੇ ਤਾਂ ਭਗਤ ਨਾਮਦੇਵ ਜੀਆਂ ਦੀ ਪੈਜ ਰੱਖੀ ਨਹੀਂ, ਔਰ ਜਿਹੜਾ ਰੱਬ ਭਗਤ ਨਾਮਦੇਵ ਜੀਆਂ ਨੂੰ ਦਰਸ਼ਨ ਦੇਣ ਵਾਸਤੇ ਗਰੁੜ ਤੇ ਬੈਠ ਕੇ ਗੋਬਿੰਦ ਆ ਗਿਆ, ਉਸ ਗੋਬਿੰਦ ਨੂੰ, ਉਸ ਹਰ ਜੀ ਨੂੰ, ਉਸ ਰਾਮ ਨੂੰ, ਉਸ ਗੋਪਾਲ ਨੂੰ ਆਪਾਂ ਗੁੰਡਾ, ਬਦਮਾਸ਼ ਤੇ ਘਟੀਆ ਇਨਸਾਨ ਤੇ ਸ਼ੈਤਾਨ ਮੰਨਦੇ ਹਾਂ। ਸੋ ਇੱਥੇ ਬਹੁਤ ਹੀ ਗਹਿਰਾ ਭੇਦ ਵਿਚਾਰਨ ਵਾਲਾ ਹੈ ਬਾਬਾ ਜੀ। ਦੇਖੋ ਹਰੀ ਦੀ ਨਿੰਦਿਆ ਕਿਸ ਤਰ੍ਹਾਂ ਚੱਲ ਰਹੀ ਹੈ। ਪੰਥ ਦੇ ਕਥਾਵਾਚਕ ਵਿਦਵਾਨ ਹੀ ਹਰ ਜੀ ਦੀ ਨਿੰਦਾ ਕਿਸ ਤਰ੍ਹਾਂ ਕਰ ਰਹੇ ਹਨ। ਗਹਿਰਾਈ ਨਾਲ ਵਿਚਾਰ ਕਰੋ ਔਰ ਦੇਖੋ ਕਿ ਆਪਾਂ ਪਰਮਾਤਮਾ ਦਾ ਖੰਡਨ ਤਾਂ ਨਹੀਂ ਕਰ ਰਹੇ, ਕਿ ਸ਼੍ਰੀ ਹਰੀ ਵਿਸ਼ਨੂੰ ਜੀਆਂ ਦਾ ਖੰਡਨ ਕਰਕੇ ਆਪਾਂ ਇਸ ਸ੍ਰਿਸ਼ਟੀ ਦੇ ਮਾਲਕ ਨਾਰਾਇਣ ਦਾ ਖੰਡਨ ਤਾਂ ਨਹੀਂ ਕਰ ਰਹੇ। ਇਸ ਤੇ ਗਹਿਰਾਈ ਨਾਲ ਵਿਚਾਰ ਕਰੋ ਬਾਬਾ ਜੀ। ਸੰਪੂਰਨ ਪੰਥ ਦੇ ਕਥਾਵਾਚਕ ਵਿਦਵਾਨਾਂ ਨੂੰ ਇਕੱਤਰਿਤ ਕਰ ਇਸ ਤੇ ਵਿਚਾਰ ਕੀਤਾ ਜਾਏ। ਦਾਸ ਦੀ ਆਪ ਜੀ ਦੇ ਅੱਗੇ ਇਹ ਬੇਨਤੀ ਹੈ। ਸੰਪੂਰਨ ਕਥਾਵਾਚਕ ਵਿਦਵਾਨਾਂ ਨੂੰ ਇੱਕ ਵਾਰ ਇਕੱਤਰਿਤ ਕਰਕੇ 4 ਯੁਗਾਂ ਦਾ ਇਤਿਹਾਸ, ਹਰੀ ਵਿਸ਼ਨੂੰ ਜੀਆਂ ਦੇ ਕੀਤੇ ਕੰਮ, 4 ਯੁਗਾਂ ਦੇ ਉਹਨਾਂ ਦੇ ਅਵਤਾਰਾਂ ਦੀ ਹੋਂਦ ਨੂੰ ਗੁਰਬਾਣੀ ਦੇ ਅਨੁਸਾਰ ਉਹਨਾਂ ਦੇ ਵਿਆਖਿਆ, ਉਹਨਾਂ ਦੀ ਹੋਂਦ ਤੇ ਵਿਚਾਰ ਕੀਤਾ ਜਾਏ।
ਤੇ ਉਸ ਤੋਂ ਬਾਅਦ ਆਪ ਜੀ ਫਿਰ ਫੈਸਲਾ ਕਰਕੇ ਗੁਰਬਾਣੀ ਦਾ ਰੱਬ, ਉਸ ਤੋਂ ਬਾਅਦ ਆਪ ਜੀ ਸੰਸਾਰ ਦੇ ਸਾਹਮਣੇ ਉਸ ਤੋਂ ਬਾਅਦ ਰੱਬ ਦੀ ਹੋਂਦ ਰੱਖੋ। ਕਿਉਂਕਿ ਵਰਤਮਾਨ ਕਾਲ ਦੀ ਜਿਹੜੀ ਰੱਬ ਦੀ ਜਿਹੜੀ ਵਿਆਖਿਆ ਪੰਥ ਦੇ ਵਿੱਚ ਚੱਲ ਰਹੀ ਹੈ, ਇਹ ਰੱਬ ਜੀ ਨੇ ਕਿਸੇ ਵੀ ਭਗਤ ਦਾ ਭਾਰ ਉਤਾਰਾ ਨਹੀਂ ਕੀਤਾ। ਇਸ ਨੇ ਕਦੇ ਵੀ ਕੋਈ ਭਗਤ ਵਾਸਤੇ ਸਰਗੁਣ ਰੂਪ ਧਾਰਨ ਨਹੀਂ ਕੀਤਾ, ਕਿਉਂਕਿ ਇਹ ਪੰਥ ਦੇ ਕਥਾਵਾਚਕ ਵਿਦਵਾਨ ਹੀ ਕਹਿ ਰਹੇ ਹਨ ਕਿ ਸਾਡਾ ਅਕਾਲ ਪੁਰਖ ਕਦੇ ਵੀ ਨਹੀਂ ਆਉਂਦਾ। ਸੋ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਜੀ ਇੱਕ ਵਾਰ ਪੰਥ ਦੇ ਸੰਪੂਰਨ ਕਥਾਵਾਚਕ ਵਿਦਵਾਨਾਂ ਨੂੰ ਇਕੱਠਾ ਕਰਕੇ ਇੱਕ ਵਾਰ ਚਾਰੇ ਯੁਗਾਂ ਦੇ ਇਤਿਹਾਸ ਤੇ ਇੱਕ ਵਾਰ ਮੰਥਨ ਜ਼ਰੂਰ ਕरें ਤੇ ਹਰੀ ਵਿਸ਼ਨੂੰ ਜੀਆਂ ਦੇ ਜਿਤਨੇ ਵੀ ਅਵਤਾਰ ਉਹਨਾਂ ਨੇ ਆਪਣੇ ਭਗਤਾਂ ਵਾਸਤੇ ਧਾਰਨ ਕੀਤੇ ਹਨ, ਉਹਨਾਂ ਅਵਤਾਰਾਂ ਦੇ ਵਿੱਚ ਉਹਨਾਂ ਦੀ ਹੋਂਦ, ਉਹਨਾਂ ਭਗਤਾਂ ਦੇ ਨਾਮ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹ ਕਿਹੜੇ ਕਿਹੜੇ ਭਗਤ ਜਨ ਹਨ ਜਿਹੜੇ ਉਹਨਾਂ ਦੇ ਅਵਤਾਰਾਂ ਦੇ ਦੌਰਾਨ ਉਹਨਾਂ ਨੇ ਉਹਨਾਂ ਦਾ ਉਧਾਰ ਕੀਤਾ ਹੈ। ਇੱਕ ਵਾਰ ਇਸ ਤੇ ਜ਼ਰੂਰ ਵਿਚਾਰ ਕਰੋ। ਇਹ ਜਿਹੜਾ ਸਵਾਲ ਪੈਦਾ ਹੋਇਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਕਿਉਂ ਨਹੀਂ ਦਿੱਤੇ, ਕਿਰਪਾ ਕਰਕੇ ਇਸ ਤੇ ਵੀ ਵਿਚਾਰ ਕਰੋ। ਇਹ ਧਰਮ ਸੰਕਟ ਪੈਦਾ ਹੋ ਸਕਦਾ ਹੈ, ਕਿਉਂਕਿ ਜਿਹੜਾ ਰੱਬ ਨਹੀਂ ਆਇਆ ਉਸ ਨੂੰ ਆਪਾਂ ਰੱਬ ਮੰਨਦੇ ਹਾਂ ਤੇ ਜਿਹੜਾ ਆ ਗਿਆ ਉਸ ਦਾ ਆਪਾਂ ਖੰਡਨ ਕਰ ਰਹੇ ਹਾਂ। ਸੋ ਇਹਦੇ ਵਿੱਚ ਭੇਦ ਹੈ ਬਾਬਾ ਜੀ, ਬਹੁਤ ਗਹਿਰਾ ਭੇਦ ਹੈ। ਜਿਹੜਾ ਆ ਗਿਆ ਉਸ ਨੂੰ ਗੁੰਡਾ ਤੇ ਜਿਹੜਾ ਆਇਆ ਹੀ ਨਹੀਂ ਉਹ ਰੱਬ। ਨਾਰਾਇਣ 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 ਨਾਰਾਇਣ, ਨਾਮੇ ਨਾਰਾਇਣ ਨਾਹੀ ਭੇਦ। ਸੋ ਉਹੀ ਹਰੀ ਆਇਆ ਜਿਹੜਾ ਸਤਜੁਗ ਵਿੱਚ ਆਇਆ, ਤ੍ਰੇਤਾ ਵਿੱਚ ਆਇਆ, ਦੁਆਪਰ 'ਚ ਆਇਆ, ਉਹੀ ਕਲਯੁਗ ਦੇ ਵਿੱਚ ਆ ਕੇ ਆਪਣੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦੇ ਰਹੇ ਹਨ। ਹਰ ਜੀ ਆਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਏਕੋ ਹਰ ਬਿਨ ਦੂਜਾ ਕੋ ਨਾਹੀ, ਏਕੋ ਨਾਮ ਧਿਆਏ। ਹਰੀ ਆਇਆ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਹਰ ਜੀ ਆਏ। ਜੋ ਤੇਰੀ ਸ਼ਰਨਾਈ ਹਰ ਜੀਓ, ਤਿਨ ਤੂੰ ਰਾਖਣ ਜੋਗ। ਤੁਧ ਜੇ ਵਡ ਮੈਂ ਅਵਰ ਨਾ ਸੂਝੈ, ਨਾ ਕੋ ਹੋਆ ਨਾ ਹੋਗ। ਹਰੀ ਤੋਂ ਪਹਿਲਾਂ ਨਾ ਚਾਰ ਯੁਗਾਂ 'ਚ ਪਹਿਲਾਂ ਕੋਈ ਹੋਇਆ ਤੇ ਨਾ ਹੀ ਅੱਗੇ ਕੋਈ ਹੋਊਗਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ। ਜਿਨ ਸ੍ਰਿਸ਼ਟੀ ਸਾਜੀ ਸੋਈ ਹਰ ਜਾਣੈ, ਤਾਕਾ ਰੂਪ ਅਪਾਰੋ। ਇਸੇ ਹਰੀ ਨੇ ਸ੍ਰਿਸ਼ਟੀ ਸਾਜੀ ਹੈ। ਫਿਰ ਇਹੀ ਹਰੀ ਆਪਣੇ ਭਗਤਾਂ ਵਾਸਤੇ ਸਰਗੁਣ ਸਾਕਾਰ ਰੂਪ ਧਾਰਨ ਕਰਕੇ ਆਪ ਖੁਦ ਆਏ ਹਨ, ਔਰ ਉਹਨਾਂ ਹਰੀ ਵਿਸ਼ਨੂੰ ਜੀਆਂ ਨੂੰ ਆਪਾਂ ਗੁੰਡਾ ਮੰਨਦੇ ਹਾਂ। ਦਾਸ ਦੀ ਇਹ ਬੇਨਤੀ ਹੈ ਬਾਬਾ ਜੀ, ਆਪ ਕਿਰਪਾ ਕਰਕੇ ਇਸ ਤੇ ਗਹਿਰਾਈ ਨਾਲ ਵਿਚਾਰ ਕरें। ਸੋ ਇੰਨੀ ਕੁ ਬੇਨਤੀ ਆਪ ਜੀ ਪ੍ਰਵਾਨ ਕरें। ਇਹ ਮੁਖੀਆ ਜੀ, ਆਪ ਜੀ ਇਸ ਤੇ ਗਹਿਰਾਈ ਨਾਲ ਵਿਚਾਰ ਕरें, ਔਰ ਇਹ ਆਪ ਜੀ ਦੇ ਲਈ ਧਰਮ ਸੰਕਟ ਪੈਦਾ ਹੋ ਸਕਦਾ ਹੈ। ਆਪ ਜੀ ਇਸ ਦਾ ਨਿਵਾਰਨ ਕरें। ਸੰਪੂਰਨ ਪੰਥ ਦੇ ਕਥਾਵਾਚਕ ਵਿਦਵਾਨਾਂ ਨੂੰ ਇਕੱਤਰਿਤ ਕਰਕੇ ਇਸ ਤੇ ਮੰਥਨ ਕਰੋ। ਗਰੁੜ ਤੇ ਬੈਠ ਕੇ ਗੋਬਿੰਦ ਜਿਹੜਾ ਆਇਆ ਉਹਦਾ ਖੰਡਨ, ਉਸ ਨੂੰ ਗੁੰਡਾ ਨਾ ਕਹੋ। ਉਸ ਦੀ ਕਥਾ ਕਹਾਣੀਆਂ ਨੂੰ ਸਵੀਕਾਰ ਕਰੋ ਬਾਬਾ ਜੀ, ਉਹਦੇ ਸਰਗੁਣ ਰੂਪ ਨੂੰ ਸਵੀਕਾਰ ਕਰੋ। ਨਿਰਗੁਣ ਹਰੀ ਦੇ ਸਰਗੁਣ ਰੂਪ ਦੀ ਨਿੰਦਿਆ, ਉਹਦਾ ਖੰਡਨ ਨਾ ਕਰੋ ਬਾਬਾ ਜੀ, ਨਾ ਕਰੋ। ਨਾਮੇ ਨਾਰਾਇਣ ਨਾਹੀ ਭੇਦ, ਨਾਰਾਇਣ 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 ਨਾਰਾਇਣ।